रद्द करो, रद्द करो। अग्निपथ योजना रद्द करो, रद्द करो, रद्द करो। नौकरियां दा प्रबंध करो, प्रबंध करो, प्रबंध करो। पंजाब सरकार मुर्दाबाद, 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 पंजाब सरकार मुर्दाबाद, मुर्दाबाद, मुर्दाबाद। सरकार मुर्दाबाद, मुर्दाबाद, मुर्दाबाद। ठेकिਆਂ ਦੇ ਭਰਤੀ ਕਰਨ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਨੌਜਵਾਨਾਂ ਦਾ ਰੋਜ਼ਗਾਰ ਖੋਹਣ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਨੌਜਵਾਨਾਂ ਦਾ ਛਲਵਾੜ ਕਰਨ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। डिप्टी कमिश्नर तरनताਰਨ ਦੇ ਦਫ਼ਤਰ ਦੇ ਬਾਹਰ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਉਸ ਸੰਬੰਧ ਵਿੱਚ ਸ਼ਹੀਦ ਭਗਤ ਸਿੰਘ ਯੂਨੀਅਨ ਵੱਲੋਂ ਵੀ ਇੱਕ ਬਹੁਤ ਵੱਡਾ ਕਾਫਲਾ ਲੈ ਕੇ ਇੱਥੇ ਜਿਹੜੇ ਮੰਗ ਪੱਤਰ ਦਿੱਤਾ ਜਾਵੇਗਾ। ਅੱਜ ਉਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕਿਸ ਸੰਬੰਧ ਦੇ ਵਿੱਚ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਜੇ? ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੁਤਲੇ ਫੂਕਣ ਆਪਣੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਹਾਂਜੀ, ਇਹ ਅਸੀਂ ਜੀ ਜਿਹੜੀ ਨਵੀਂ ਯੋਜਨਾ ਲੈ ਕੇ ਆਈ ਆ ਕੇਂਦਰ ਸਰਕਾਰ ਅਗਨੀਪਥ ਯੋਜਨਾ, ਇਹਦਾ ਅਸੀਂ ਵਿਰੋਧ ਕਰ ਰਹੇ ਹਾਂ। ਇਹ ਬਹੁਤ ਜਿਹੜੀ ਗਲਤ ਨੀਤੀ ਆ, ਕਿਉਂਕਿ ਨੌਜਵਾਨ ਪੂਰੇ ਭਾਰਤ ਦਾ ਨੌਜਵਾਨ ਤੇ ਪਹਿਲਾਂ ਹੀ ਬੇਰੁਜ਼ਗਾਰੀ ਦੀ ਜਿਹੜੀ ਮਾਰ ਹੇਠ ਹੈ, ਬਹੁਤ ਬੁਰੀ ਹਾਲਤ ਆ। ਕਿਤੇ ਵੀ ਰੁਜ਼ਗਾਰ ਨਹੀਂ ਹੈ। ਠੇਕਿਆਂ ਤੇ ਭਰਤੀ ਜਿਹੜੀਆਂ ਇਹ ਸੂਬਿਆਂ ਦੀਆਂ ਸਰਕਾਰਾਂ ਉਹ ਵੀ ਠੇਕਿਆਂ ਤੇ ਭਰਤੀ ਕਰ ਰਹੀਆਂ। ਇੱਕੋ ਹੀ ਆਰਮੀ ਦੀ ਭਰਤੀ ਰਹਿ ਗਈ ਸੀ ਜਿਹੜੀ ਰੈਗੂਲਰ ਚੱਲਦੀ ਸੀ, ਤੇ ਇਹਦੇ ਤੋਂ ਵੀ ਨੌਜਵਾਨਾਂ ਨੂੰ ਜਿਹੜਾ ਵਾ ਰੁਜ਼ਗਾਰ ਤੋਂ ਵਾਂਝਿਆ ਕਰ ਦੇਗੀ ਕੇਂਦਰ ਸਰਕਾਰ। ਤੇ ਬਹੁਤ ਹੀ ਜਿਹੜੀ ਇਹ ਮਾੜੀ ਨੀਤੀ ਆ, ਇਸ ਲਈ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਹਾਂ ਤੇ ਅਸੀਂ ਇਹਦੀ ਨਿੰਦਾ ਕਰਦੇ ਹਾਂ ਜੀ। ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਤੋਂ ਪਹਿਲਾਂ ਹੀ ਨਹੀਂ ਕੋਈ ਨੌਕਰੀਆਂ ਗਈਆਂ, ਸਾਰੀਆਂ ਮਹਿਕਮੇ ਦੀਆਂ ਨੌਕਰੀਆਂ ਬੰਦ ਕੀਤੀਆਂ ਗਈਆਂ ਤੇ ਇੱਕ ਆਖਰੀ ਨੌਕਰੀ ਸੀ ਕਿ ਜਿਹੜੇ ਨੌਜਵਾਨ ਜਿਹੜੇ ਆ ਉਹ ਆਪਣੀ ਹਿੰਮਤ ਦੇ ਨਾਲ ਦੌੜ ਕੱਢ ਕੇ ਜਿਹੜੀ ਆ ਨੌਕਰੀ ਨੂੰ ਲੈਂਦੇ ਸੀ। ਹੁਣ ਉਸ ਪਾਸਿਓਂ ਵੀ ਉਹਨਾਂ ਦੇ ਲੱਕ ਟੁੱਟ ਗਏ ਹਨ ਨੌਜਵਾਨਾਂ ਦੇ। ਇਸ ਸੰਬੰਧੀ ਕੀ ਕਹਿਣਾ ਚਾਹੀਦਾ? ਇਹ ਜੀ ਇਹਦੇ ਨਾਲ ਭਾਰਤ ਦੇਸ਼ ਨੂੰ ਵੀ ਬਹੁਤ ਨੁਕਸਾਨ ਹੋਏਗਾ। ਜਿਹੜਾ ਨਾਗਰਿਕ ਆ ਉਹ ਦੇਸ਼ ਭਗਤ ਨਹੀਂ ਰਹੇਗਾ, ਕਿਉਂਕਿ 4 ਸਾਲ ਲਈ ਉਹ ਕੀ ਟ੍ਰੇਨਿੰਗ ਕਰੇਗਾ ਤੇ ਕਿੰਨੀ ਜਿਹੜੀ ਦੇਸ਼ ਪ੍ਰਸਤੀ ਕਰੇਗਾ। ਤੁਸੀਂ ਇਹ ਸਾਰੇ ਆਪਾਂ ਜਿਹੜੇ ਇੱਕ ਜਾਣਦੇ ਲੋਕ ਆ, ਉਹਨਾਂ ਨੂੰ ਪਤਾ ਇਸ ਬਾਰੇ ਕਿ ਬਿਲਕੁਲ ਹੀ ਨੀਤੀ ਫੇਲ ਆ ਕੇਂਦਰ ਸਰਕਾਰ ਦੀ। ਜਿਹੜਾ ਅੱਗੇ ਨੌਜਵਾਨ ਦੇਸ਼ ਭਗਤੀ ਬਾਰਡਰਾਂ ਤੇ ਜਾ ਕੇ ਉੱਥੇ ਗੋਲੀਆਂ ਖਾਂਦਾ, ਦੇਸ਼ ਲਈ ਲੜਦਾ, ਉਹ ਦੇਸ਼ ਭਗਤੀ ਦੀ ਭਾਵਨਾ ਵੀ ਉਹਦੇ ਵਿੱਚ ਨੌਜਵਾਨ ਦੇ ਵਿੱਚ ਹੀਣਤਾ ਆਏਗੀ। ਜਦੋਂ ਪੰਜਾਬ ਸਰਕਾਰ ਜਦੋਂ ਦੀ ਵੀ ਆਪਣੇ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਜੀ, ਉਦੋਂ ਤੋਂ ਹੀ ਕੋਈ ਨਵੇਂ ਕਾਨੂੰਨ ਕੱਢ ਕੇ ਲੈ ਜਾਂਦੇ। ਜਦੋਂ ਵੀ ਆ ਕੋਈ ਕਾਨੂੰਨ ਲੈ ਕੇ ਆਉਂਦੇ ਤੇ ਉਦੋਂ ਹੀ ਪੂਰੇ ਦੇਸ਼ ਵਿੱਚ ਇੱਕ ਹਲਚਲ ਮਚ ਜਾਂਦੀ ਆ। ਉਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ ਭੈਣ ਜੀ, ਕੀ ਨਾਮ? ਹਾਂਜੀ, ਮੈਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜੋਤ ਸਹੋਤਾ। ਅੱਜ ਅਸੀਂ ਡੀਸੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਇੱਕ ਮੰਗ ਪੱਤਰ ਦੇਣ ਆਏ ਹਾਂ, ਜਿੱਥੇ ਕਿ 21 ਤਰੀਕ ਨੂੰ ਜਲੰਧਰ ਵਿਖੇ ਇਹ ਵੱਡੀ ਪੱਧਰ ਤੇ ਇੱਕ ਕਾਨਫਰੰਸ ਹੋਇਆ ਸੀ, ਜਿੱਤੇ ਲਾਗੂ ਕੀਤਾ ਗਿਆ ਸੀ ਕਿ ਜਿਹੜੀਆਂ ਨੌਜਵਾਨ ਜਥੇਬੰਦੀਆਂ ਨੇ ਉਹ ਅਲੱਗ-ਅਲੱਗ ਤਹਿਸੀਲਾਂ ਤੇ ਜਾ ਕੇ ਆਪਣੇ ਜਿਹੜੇ ਮੰਗ ਪੱਤਰ ਨੇ ਉਹ ਦੇਣਗੀਆਂ ਤੇ ਇਸ ਦੇ ਅੰਤਰਗਤ ਜਿਹੜੇ ਅਗਨੀਪਥ ਸਕੀਮ ਹੈ ਇਸ ਨੂੰ ਰੱਦ ਕਰਵਾਉਣ ਸੰਬੰਧਿਤ ਜਾਂ ਸੰਘਰਸ਼ ਦੇ ਦੌਰਾਨ ਜਿਨ੍ਹਾਂ ਤੇ ਨਜਾਇਜ਼ ਪਰਚੇ ਹੋਏ ਨੇ ਇਹਨਾਂ ਨੂੰ ਰੱਦ ਕਰਵਾਉਣ ਸੰਬੰਧਿਤ ਅਤੇ ਜਿਨ੍ਹਾਂ ਨੇ ਫਿਟਨੈਸ ਮਤਲਬ ਟੈਸਟ ਦਿੱਤੇ ਹੋਏ ਨੇ ਨੌਜਵਾਨਾਂ ਨੂੰ, ਉਹਨਾਂ ਦੀ ਲਿਖਿਤ ਪ੍ਰੀਖਿਆ ਜਲਦ ਤੋਂ ਜਲਦ ਕਰਵਾਉਣ ਲਈ ਅਸੀਂ ਇਹ ਮੰਗ ਪੱਤਰ ਅੱਜ ਡੀਸੀ ਦਫ਼ਤਰ ਦੇਣ ਆਏ ਹਾਂ। ਇਸ ਤਰ੍ਹਾਂ ਹੋਰ ਵੀਰ ਸ਼ਾਮਲ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ? ਮੇਰਾ ਨਾਮ ਚਮਕੌਰ ਸਿੰਘ ਹੈ ਜੀ। ਮੈਂ ਨੌਜਵਾਨ ਸਭਾ ਦਾ ਮੈਂਬਰ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅਸੀਂ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਪਾਲਿਸੀਆਂ ਲੈ ਕੇ ਆਉਂਦੀਆਂ ਜਿਹੜੀਆਂ ਉਧਰ ਫੇਲ ਹੋਈਆਂ ਹੁੰਦੀਆਂ, ਉਹੀ ਸਾਡੀ ਮੋਦੀ ਸਰਕਾਰ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕਿਹੋ ਜਿਹਾ ਕੀੜਾ ਬੈਠਾ ਆ ਕਿ ਉਹ ਇੱਧਰ ਆਣ ਕੇ ਲਾਗੂ ਕਰ ਦਿੰਦੇ ਆ। ਜਿਵੇਂ ਇੱਕ ਨੋਟਬੰਦੀ ਦਾ ਸੀ, ਉਹ ਵੀ ਸਾਡੇ ਸਿਸਟਮ ਇਹ ਫੇਲ ਹੋਇਆ। ਫਿਰ ਜਿਹੜੀ ਨਵੀਂ ਤੋਂ ਨਵੀਂ ਅੱਗੇ ਕਰੋਨਾ ਦੀ ਮਾਰ ਆ ਗਈ, ਉਹ ਵੀ ਸਾਡੇ ਦੇਸ਼ 'ਚ ਬਿਮਾਰੀ ਤਾਂ ਕੋਈ ਇੰਨੀ ਨਹੀਂ ਫੈਲੀ, ਪਰ ਉਹਦੀ ਜਿਹੜੀ ਮਾਰ ਆ ਉਹ ਸਾਡੇ ਦੇਸ਼ ਨੂੰ ਸਭ ਤੋਂ ਜ਼ਿਆਦਾ ਹਰ ਇੱਕ ਨਾਗਰਿਕ ਨੂੰ ਝੱਲਣੀ ਪਈ। ਹੁਣ ਆ ਜਿਹੜੀ ਨਵੀਂ ਸਕੀਮ ਅਗਨੀਪਥ ਯੋਜਨਾ ਹੁੰਦੀ ਹੈ ਇੱਕ ਸਕੀਮ ਕੱਢਣੀ, ਇਹ ਇੱਕ ਨਵੀਂ ਸਕੀਮ ਲੈ ਕੇ ਆਏ ਆ ਕਿ 3 ਸਾਲ ਦੀ ਅਸੀਂ ਭਰਤੀ ਕਰਾਂਗੇ। ਜੇ 3 ਸਾਲ ਦੇ 9 ਮਹੀਨੇ ਦੀ ਇੱਕ ਟ੍ਰੇਨਿੰਗ ਹੁੰਦੀ ਆ, 9 ਮਹੀਨੇ ਤੇ ਉਹ ਚੱਲ ਗਏ ਤਾਂ ਅਗਲੇ ਬੰਨੇ ਜਿਹੜਾ ਵਾ ਬਚਿਆ ਪੌਣੇ ਸਾਲ 2 ਸਾਲ ਬਚਦੇ ਆ। 2 ਸਾਲ ਦੇ ਵਿੱਚ ਉਹ ਆਪਣੀਆਂ ਸਟੇਟਾਂ ਘੁੰਮੇਗਾ ਜਾਂ ਉਹਦਾ ਆਪਣੇ ਬਾਰਡਰਾਂ ਨੂੰ ਜਿਹੜਾ ਰਹਿਣ ਦਾ ਉਹਦਾ ਸਿਸਟਮ ਨੂੰ ਸਮਝਣ ਦੀ
ਉਹਦੇ 'ਚ ਆਉਂਦੀ ਹੈ ਤੇ ਇਹਨੇ ਵਿੱਚ ਤੇ ਉਹਨੂੰ ਸਾਰਾ ਸੈਟਿੰਗ ਹੋਣ 'ਚ ਹੀ ਲੰਘ ਜਾਂਦਾ ਹੈ, ਮਤਲਬ ਉਹਦੀ ਸਮਝ ਆਉਣ 'ਚ, ਟ੍ਰੇਨਿੰਗ ਹੋਣ 'ਚ, ਤੇ ਉਹ ਕਿੱਥੋਂ ਤੱਕ ਆਪਣਾ ਜਿਹੜਾ ਵਾ ਪੂਰਾ ਮਜ਼ਬੂਤ ਦੇਸ਼ ਸਾਡਾ ਰਹਿ ਜਾਏਗਾ ਜੇ ਸਾਡੇ ਦੇਸ਼ ਨੂੰ ਸਭ ਤੋਂ ਜ਼ਿਆਦਾ ਸਾਡੇ ਦੇਸ਼ ਦੀ ਫੋਰਸ ਨੂੰ ਮਜ਼ਬੂਤ ਸਮਝਿਆ ਜਾਂਦਾ ਸੀ। ਹੁਣ ਇਹਨਾਂ ਨੇ ਸਾਡੀ ਦੇਸ਼ ਦੀ ਫੋਰਸ ਨੂੰ ਹੀ ਜਿਹੜਾ ਮਤਲਬ ਡਾਊਨ ਲੈ ਕੇ ਜਾਂਦੀ ਹੈ ਕਿ ਇਹਨਾਂ ਦੀ ਪਾਲਿਸੀ ਹੈ। ਜਿਹੜਾ ਜਵਾਨੀ ਤੇ ਕਿਸਾਨੀ ਕਿਹਾ ਜਾਂਦਾ ਸੀ ਸਾਡੇ ਦੇਸ਼ ਦੀ, ਉਹ ਦੋਵੇਂ ਜਵਾਨੀ ਨੂੰ ਤੇ ਨਸ਼ਿਆਂ ਦੇ ਵਿੱਚ ਗੁਲਤਾਨ ਕਰ ਦਿੱਤਾ ਗਿਆ ਹੈ ਤੇ ਜਿਹੜੇ ਨੌਜਵਾਨ ਬਚੇ ਆ ਉਹਨਾਂ ਲਈ ਗਲਤ ਪਾਲਿਸੀਆਂ ਲੈ ਕੇ ਆ ਰਹੀ ਹੈ ਸਰਕਾਰ। ਬਿਲਕੁਲ ਜੀ ਬਿਲਕੁਲ, ਇਹੀ ਜਿਹੜੀ ਪਾਲਿਸੀ ਆ ਇਹ ਇੱਕ ਹੋਰ ਸਾਡੇ ਜਿਹੜੇ ਨੌਜਵਾਨਾਂ ਦਾ ਜਿਹੜਾ ਵਾ ਮਨੋਬਲ ਡਿੱਗਣ ਦੀ ਜਿਹੜੀ ਹੈ ਕਿ ਨਵੀਂ ਚਾਲ ਹੈ, ਜਾਨੀ ਵੀ ਜਿਹੜੀ ਜਵਾਨੀ ਉਹਨੂੰ ਤਬਾਹ ਕਰਨ ਦੀ ਇੱਕ ਨਵੀਂ ਚਾਲ ਚੱਲ ਪਈ ਆ। ਜਿਹੜੇ ਸਾਡੇ ਦੇਸ਼ 'ਚ ਇਹ ਤੋਂ ਜ਼ਿਆਦਾ ਹੋਰ ਮਦਹਾਲੀ ਹੋਰ ਵੀ ਜਿਹੜੀ ਆ ਉਹ ਆ ਸਕਦੀ ਆ। ਸਾਨੂੰ ਇਸ ਚੀਜ਼ ਨੂੰ ਰੋਕਣ ਲਈ ਇਹ ਲਾਮਬੰਦ ਹੋਣਾ ਪਏਗਾ। ਮੈਂ ਸਾਰੇ ਵੀਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਆਪਣੇ ਦੇਸ਼ ਲਈ ਤੁਸੀਂ ਲੜਨਾ ਆ, ਪਰ ਇਹ ਆ ਵੀ ਸਹਿਣਸ਼ੀਲਤਾ ਦੇ ਨਾਲ ਤੇ ਸਹੀ ਤਰੀਕੇ ਨਾਲ ਅਸੀਂ ਸਰਕਾਰ ਨੂੰ ਇਹ ਮੰਗ ਦੇਣਾ ਚਾਹੀਦਾ ਸਾਰੇ ਨੌਜਵਾਨਾਂ ਨੂੰ ਵੀ ਸਾਡੀ ਜਿਹੜੀ ਭਰਤੀ ਆ ਰੈਗੂਲਰ ਕਰੋ, ਜਿੱਦਾਂ ਪਹਿਲਾਂ ਸਿਸਟਮ ਚੱਲਦਾ ਰਿਹਾ ਉਸੇ ਨਾਲ ਚੱਲੇ। ਮਤਲਬ ਆਹ ਜਿਹੜੀ ਨਵੀਂ ਪਾਲਿਸੀ ਲੈ ਕੇ ਆਏ ਬਿਲਕੁਲ ਤੁਹਾਡੀ ਫੇਲ ਆ, ਇਹ ਅਗਲੇ ਸਮੇਂ 'ਚ ਵੀ ਚੱਲ ਕੇ ਫੇਲ ਹੀ ਹੋਣੀ ਹੈ ਤੇ ਇਹਦਾ ਰਿਜ਼ਲਟ ਜਿਹੜਾ ਵਾ ਉਹ ਮਾੜਾ ਆ। ਤੇ ਤੁਸੀਂ ਆਪਣੀ ਜਿਹੜੀ ਪਾਲਿਸੀ ਹੈ ਇਹਨੂੰ ਰੱਦ ਕੀਤਾ ਜਾਵੇ, ਜਿੱਦਾਂ 3 ਕਾਨੂੰਨ ਜਿਹੜੇ ਕਾਲੇ ਉਦੋਂ ਰੱਦ ਕੀਤੇ ਸੀ, ਹੁਣ ਇਸੇ ਤਰ੍ਹਾਂ ਇਹ ਵੀ ਤੁਹਾਡਾ ਇੱਕ ਕਾਲਾ ਕਾਨੂੰਨ ਹੈ, ਇਹਨੂੰ ਵੀ ਰੱਦ ਕੀਤਾ ਜਾਵੇ। ਹਾਂਜੀ ਪ੍ਰਧਾਨ ਜੀ, ਅੱਜ ਦਾ ਜੋ ਪ੍ਰੋਗਰਾਮ ਕੀ ਹੈਗਾ ਤੁਹਾਡਾ? ਅੱਜ ਦਾ ਜੀ ਅਸੀਂ ਪੂਰੇ ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਹ ਸਾਰੇ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਤੇ ਮੰਗ ਪੱਤਰ ਸਾਡੀ ਨੌਜਵਾਨ ਸਭਾਵਾਂ ਜ਼ਿਲ੍ਹੇ ਦੀਆਂ ਜਿਹੜੀਆਂ ਦੇ ਰਹੀਆਂ ਵਾ, ਇਹ ਮੰਗ ਪੱਤਰ ਦੇ ਰਹੇ ਅਸੀਂ ਕਿ ਇਹ ਜਿਹੜੀ ਬਿਲਕੁਲ ਸੈਂਟਰ ਸਰਕਾਰ ਜਿਹੜੀ ਸਰਮਾਏਦਾਰ ਪੱਖੀ ਹੋ ਕੇ ਕੁਝ ਕੁ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਹੱਥ ਟੋਕਾ ਬਣ ਕੇ ਕੰਮ ਕਰ ਰਹੀ ਆ, ਇਹ ਛੱਡ ਕੇ ਤੇ ਸਮੁੱਚੇ ਭਾਰਤ ਦੇ ਕਿਸਾਨਾਂ ਅਤੇ ਨੌਜਵਾਨਾਂ ਤੇ ਸਾਰੇ ਵਰਗਾਂ ਦੇ ਲਈ ਬਰਾਬਰ ਦੇ ਜਿਹੜੇ ਕੰਮ ਕਰੇ, ਲੋਕ ਪੱਖੀ ਨੀਤੀਆਂ ਦਾ ਨਿਰਮਾਣ ਕਰੇ, ਨਾ ਕਿ ਲੋਕਾਂ ਨੂੰ ਬੇਰੁਜ਼ਗਾਰੀ ਦੇ ਵਿੱਚ ਅਤੇ ਜਿਹੜਾ ਭੁੱਖਮਰੀ ਵੱਲ ਧੱਕੇ। ਜਿਸ ਤਰ੍ਹਾਂ ਤੁਸੀਂ ਅੱਜ ਮੰਗ ਪੱਤਰ ਅਗਨੀਪਥ ਯੋਜਨਾ ਦੇ ਖਿਲਾਫ ਦੇਣ ਜਾ ਰਹੇ ਹੋ, ਅਗਰ ਇਸ 'ਤੇ ਕੰਟਰੋਲ ਨਹੀਂ ਕਰਦਾ, ਸਰਕਾਰ ਇਸ 'ਤੇ ਪਾਬੰਦੀ ਨਹੀਂ ਲਾਉਂਦੀ, ਤੇ ਸ਼ਹੀਦ ਭਗਤ ਸਿੰਘ ਯੂਨੀਅਨ ਵੱਲੋਂ ਅਗਲਾ ਪ੍ਰੋਗਰਾਮ ਕੀ ਹੋਊਗਾ? ਇਹ ਜੀ ਪੂਰੇ ਭਾਰਤ ਦੀ ਨੌਜਵਾਨ ਜਥੇਬੰਦੀਆਂ ਜਿਹੜੀ ਸਾਡੀ ਸਾਰੀਆਂ ਇਕਮੁੱਠ ਨੇ ਤੇ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਇਹ ਹਰ ਹਾਲਤ ਦੇ ਵਿੱਚ ਜਿਵੇਂ ਕਿਸਾਨੀ ਬਿੱਲ ਰੱਦ ਕਰਵਾਏ ਆ, ਇਸੇ ਤਰ੍ਹਾਂ ਹੀ ਨੌਜਵਾਨ ਵੀ ਇਕਮੁੱਠ ਨੇ, ਇਸ ਨੀਤੀ ਦੇ ਵਿਰੋਧ ਦੇ ਵਿੱਚ ਨੇ। ਤੇ ਅਸੀਂ ਜੇ ਸੈਂਟਰ ਸਰਕਾਰ ਇਹਨੂੰ ਅਗਨੀਪਥ ਯੋਜਨਾ ਨੂੰ ਰੱਦ ਨਹੀਂ ਕਰਦੀ ਤੇ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਹਰ ਹਾਲਤ ਦੇ ਵਿੱਚ ਇਹ ਯੋਜਨਾ ਜਿਹੜੀ ਇਹਨਾਂ ਨੂੰ ਰੱਦ ਕਰਨੀ ਪਊ। ਜਿਸ ਤਰ੍ਹਾਂ ਆਪਾਂ ਕਿਸਾਨ ਸੰਘਰਸ਼ ਕਮੇਟੀ ਦੀ ਗੱਲ ਕਰਦੇ ਹਾਂ ਆਪਾਂ, ਤੇ ਉੱਥੇ ਜੋ ਧਰਮਯੁੱਧ ਮੋਰਚਾ ਲਾਇਆ ਗਿਆ ਸੀ ਦਿੱਲੀ ਦੇ ਵਿੱਚ ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ, ਅਗਰ ਉਦੋਂ ਵੀ ਸਰਕਾਰਾਂ ਕਹਿੰਦੀਆਂ ਸੀ ਕਿ ਕਾਨੂੰਨ ਬਹੁਤ ਵਧੀਆ, ਤੇ ਅੱਜ ਵੀ ਕਹਿ ਰਹੇ ਆ ਕਿ ਅਗਨੀਪਥ ਯੋਜਨਾ ਬਹੁਤ ਵਧੀਆ, ਇਹਦੇ ਨਾਲ ਨੌਜਵਾਨਾਂ ਨੂੰ ਬਹੁਤ ਵਧੀਆ ਰਾਹਤ ਮਿਲੂਗੀ। ਜੇ ਵੇਖੋ ਜੀ, ਸਰਕਾਰ ਦਾ ਕੰਮ ਆ ਦੇਸ਼ ਦੇ ਨਾਗਰਿਕਾਂ ਦੇ ਹਿੱਤਾਂ ਦਾ ਲਈ ਕੰਮ ਕਰਨਾ, ਉਹਦੇ ਲਈ ਨੀਤੀਆਂ ਬਣਾਉਣੀਆਂ, ਤੇ ਜਦੋਂ ਦੇਸ਼ ਦੇ ਨੌਜਵਾਨਾਂ ਨੂੰ ਇਹ ਮਨਜ਼ੂਰ ਨਹੀਂ ਆ ਨੀਤੀ, ਤੇ ਇਹਦੇ ਲਈ ਕਿਹੜੀ ਵਧੀਆ ਗੱਲ ਹੋ ਸਕਦੀ ਤੁਸੀਂ ਦੱਸੋ? ਜਦੋਂ ਸਮੁੱਚੇ ਭਾਰਤ ਦੇ ਨੌਜਵਾਨ, ਪੜ੍ਹੇ ਲਿਖੇ ਨੌਜਵਾਨ, ਜਦੋਂ ਇਹ ਕਹਿ ਰਹੇ ਆ ਕਿ ਸਾਨੂੰ ਨਹੀਂ ਮਨਜ਼ੂਰ ਇਹ ਨੀਤੀ ਤੁਹਾਡੀ, ਤਾਂ ਇਹਨਾਂ ਨੇ ਕਿਹਦੇ ਲਈ ਬਣਾਉਣੀ ਹੈ ਫਿਰ? ਇਹ ਕਿਉਂ? ਇਸ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਵੀ ਕਿਹਾ ਜਾ ਰਿਹਾ ਕਿ ਆਹ ਕਾਨੂੰਨ ਜੋ ਬਣਾਏ ਗਏ ਨੇ ਆਹ ਬਿਲਕੁਲ ਰੱਦ ਨੇ। ਜਿਸ ਤਰ੍ਹਾਂ ਕਿਸਾਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਜਾਂਦਾ ਸੀ ਕਿ ਕਾਲੇ ਕਾਨੂੰਨ ਬਹੁਤ ਵਧੀਆ ਨੇ, ਕਿਸਾਨਾਂ ਦੇ ਹੱਕ ਵਿੱਚ ਨੇ, ਅੱਜ ਫਿਰ ਉਹੀ ਤਰਜ਼ 'ਤੇ ਕਿਹਾ ਜਾ ਰਿਹਾ ਕਿ ਜੋ ਅਗਨੀਪਥ ਯੋਜਨਾ ਲਿਆਂਦੀ ਗਈ ਹੈ ਆ ਨੌਜਵਾਨਾਂ ਦੇ ਹੱਕ ਵਿੱਚ ਹੈ। ਪਰ ਦੇਖਣਾ ਹੋਏਗਾ ਕਿ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਕਿਹਾ ਗਿਆ ਕਿ ਅਗਰ ਇਸ ਕਾਨੂੰਨ ਨੂੰ ਵਾਪਸ ਨਾ ਲਿਆ ਕਿ ਉੱਚ ਪੱਧਰੀ ਦੇ ਜਿਹੜੇ ਕਾਨੂੰਨ ਜਿਹੜੇ ਰੱਦ ਕਰਵਾਉਣ ਦੇ ਲਈ ਲੋਕ ਸੜਕਾਂ 'ਤੇ ਉਤਰਨਗੇ। ਇਸ ਨਾਲ ਸਾਡੇ ਨਾਲ ਹੋਰ ਵੀ ਮੌਜੂਦ ਨੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਫਤਿਹ ਜੀ। ਅੱਜ ਜੋ ਅਗਨੀਪਥ ਯੋਜਨਾ ਲਿਆਂਦਾ ਗਿਆ ਹੈ, ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ? ਇਹ ਜਿਹੜਾ ਕੇਂਦਰ ਵੱਲੋਂ ਸਰਕਾਰ ਦੇ ਵੱਲੋਂ ਜਿਹੜਾ ਅਗਨੀਪਥ ਜਿਹੜਾ ਯੋਜਨਾ ਜਿਹੜੀ ਲਿਆਂਦੀ ਹੈ, ਬਹੁਤ ਇਹ ਹਾਨੀਕਾਰਕ ਹੈ ਤੇ ਜਿਹੜੇ ਰੁਜ਼ਗਾਰ ਖੋਹਣ ਵਾਲੀ ਆ। ਇਹ ਨਿੱਜੀਕਰਨ ਨੂੰ ਜਿਹੜਾ ਬੜਾਵਾ ਦੇਣ ਵਾਲੀ ਆ, ਨਿੱਜੀਕਰਨ ਨੂੰ ਤੇਜ਼ੀ ਦੇ ਨਾਲ ਲੋਕਾਂ ਦੇ ਵਿੱਚ ਲਿਆਉਣ ਵਾਲੀ ਆ, ਕਿਉਂਕਿ ਰੈਗੂਲਰ ਭਰਤੀ ਨਹੀਂ ਕੀਤੀ ਜਾ ਰਹੀ। ਇੱਕੋ ਇੱਕ ਜਿਹੜੀ ਹੈਗੀ ਸੀ ਕਿ ਜਿਹੜੀ ਆਰਮੀ ਦੇ ਵਿੱਚ ਜਿਹੜੀਆਂ ਕੇਂਦਰ ਦੀ ਜਿਹੜੀ ਏਜੰਸੀਆਂ ਉਹਦੇ ਵਿੱਚ ਜਿਹੜੇ ਨੌਜਵਾਨਾਂ ਦੀ ਜਿਹੜੀ ਭਰਤੀ ਕੀਤੀ ਜਾਂਦੀ ਸੀ। ਅੱਜ ਸਰਕਾਰ ਦੀਆਂ, ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਗਲਤ ਕਾਰਨ ਜਿਹੜਾ ਅਗਨੀਪਥ ਇਹੋ ਜਿਹੀਆਂ ਯੋਜਨਾ ਲਿਆਂਦੀਆਂ ਜਿਹੜੀਆਂ ਕਿ 4 ਸਾਲ ਨੌਜਵਾਨ ਨੂੰ ਦੇ ਕੇ ਉਹਨਾਂ ਨੂੰ ਰਿਟਾਇਰ ਕਰਨਾ, ਉਹ ਫਿਰ ਨਾ ਕਿ 17 ਸਾਲ ਤੋਂ ਲੈ ਕੇ 21 ਸਾਲ ਤੱਕ। ਪਹਿਲੀ ਗੱਲ ਤੇ ਜਿਹੜੇ ਪਹਿਲਾਂ ਜਿਹੜੇ ਨਾ ਕਿ ਸਾਡੇ ਨੌਜਵਾਨ ਜਿਹੜੇ ਭਰਤੀ ਦੇ ਵਿੱਚ ਹੋਏ ਸੀ, ਉਹਨਾਂ ਨੂੰ ਵੀ ਉਹਨਾਂ ਦੇ ਟੈਸਟ ਨਹੀਂ ਬਕਾਇਦਾ ਲੈ ਗਏ, ਉਹਨਾਂ ਨੂੰ ਹੋਰ ਜਿਹੜਾ ਕਰ ਦਿੱਤਾ ਗਿਆ।
ਇਸ ਕਰਕੇ ਵੀ ਸਾਡੇ ਨੌਜਵਾਨਾਂ ਦੇ ਕੋਲੋਂ ਰੁਜ਼ਗਾਰ ਜਿਹੜਾ ਖੋਇਆ ਜਾ ਰਿਹਾ, ਅਸੀਂ ਪ੍ਰਜੋਰ ਮੰਗ ਕਰਦੇ ਹਾਂ। ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਅਸੀਂ ਸਮਰਥਨ ਕਰਦੇ ਹਾਂ ਕਿ ਜਿਹੜੀ ਇਹ ਯੋਜਨਾ ਜਿਹੜੀ ਆ ਬਿਲਕੁਲ ਰੱਦ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਪੰਜਾਬ ਵਿੱਚ ਪਹਿਲਾਂ ਹੀ ਪੂਰੇ ਇੰਡੀਆ ਦੇ ਵਿੱਚ ਹੀ ਮਹਿੰਗਾਈ ਦਾ ਆਲਮ ਆ, ਬੇਰੁਜ਼ਗਾਰੀ ਦਾ ਆਲਮ ਆ, ਤੇ ਸਰਕਾਰਾਂ ਦੀਆਂ ਨੀਤੀਆਂ ਸਰਕਾਰਾਂ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ, ਨਾ ਬੇਰੁਜ਼ਗਾਰੀ ਵੱਲ ਤੇ ਨਾ ਹੀ ਮਹਿੰਗਾਈ ਵੱਲ। ਤੇ ਕੋਈ ਨਵੇਂ ਨੇ ਜਦੋਂ ਵੀ ਮੋਦੀ ਸਰਕਾਰ ਕੋਈ ਨਵਾਂ ਕਾਨੂੰਨ ਕੱਢਦੀ ਹੈ ਉਹਦੇ ਨਾਲ ਹੀ ਪੂਰੇ ਦੇਸ਼ ਦੇ ਵਿੱਚ ਇੱਕ ਭੁਚਾਲ ਆ ਜਾਂਦਾ ਹੈ। ਉਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ? ਇਹ ਬਿਲਕੁਲ ਤੁਹਾਡੀ ਠੀਕ ਗੱਲ ਆ ਕਿ ਜਦੋਂ ਕੋਈ ਨਾ ਕੋਈ ਨਵਾਂ ਜਿਹੜਾ ਕਾਨੂੰਨ ਆਉਂਦਾ ਲੋਕਾਂ ਦੇ ਵਿੱਚ ਹਾਹਾਕਾਰ ਮੱਚਦੀ ਆ। ਜਿੱਦਾਂ ਕਿ ਪਹਿਲਾਂ ਕਿਸਾਨ ਵਿਰੋਧੀ ਜਿਹੜੇ ਕਾਨੂੰਨ ਆਉਂਦੇ ਲੋਕ 2 ਸਾਲ ਲਗਾਤਾਰ ਲੜਦੇ ਰਹੇ, ਇਸੇ ਤਰ੍ਹਾਂ ਹੀ ਅੱਜ ਜਵਾਨੀ ਦੇ ਉੱਤੇ ਜਿਹੜਾ ਕਿ ਬਹੁਤ ਤਗੜਾ ਜਿਹੜਾ ਘਵਾੜਾ ਸੁੱਟਿਆ ਗਿਆ। ਰੁਜ਼ਗਾਰ ਖੋਣ ਦਾ ਰੁਜ਼ਗਾਰ ਤਾਂ ਲੋਕਾਂ ਨੂੰ ਪਹਿਲਾਂ ਨਹੀਂ ਮਿਲ ਰਿਹਾ, ਕਿਉਂਕਿ ਸਾਡੀਆਂ ਜਿੰਨੀਆਂ ਵੀ ਹਾਕਮ ਧਿਰਾਂ ਇੱਥੇ ਆਈਆਂ ਲੋਕਾਂ ਨੂੰ ਕਰੋੜਾਂ ਰੁਪਏ, ਕਰੋੜ 2-2 ਕਰੋੜ ਦਾ ਇਹਨਾਂ ਲਾਰਾ ਦੇ ਕੇ ਵੀ 2 ਕਰੋੜ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਪਰ ਕਿਸੇ ਨੂੰ ਪੱਕਾ ਰੁਜ਼ਗਾਰ ਨਹੀਂ ਦਿੱਤਾ ਗਿਆ। ਸਗੋਂ ਸਾਡੇ ਪਬਲਿਕ ਦੇ ਜਿਹੜੇ ਅਦਾਰੇ ਸੀ, ਜਿੱਦਾਂ ਕਿ ਰੇਲਵੇ ਦਾ ਮਹਿਕਮਾ, ਉਹਦਾ ਵੱਡੀ ਪੱਧਰ 'ਤੇ ਜਿਹੜਾ ਨਿੱਜੀਕਰਨ ਕੀਤਾ ਗਿਆ। ਰੇਲਵੇ ਦਾ ਜਿਹੜਾ ਨਿੱਜੀਕਰਨ ਕੀਤਾ, ਹਵਾਈ ਅੱਡਿਆਂ ਦਾ ਜਿਨ੍ਹਾਂ ਨੂੰ ਵੇਚਿਆ ਜਾ ਰਿਹਾ। ਸਾਡੇ ਪਬਲਿਕ ਦੇ ਅਦਾਰੇ ਜਿਹੜੇ ਕਿ ਸਾਡੇ ਪ੍ਰਾਪਰਟੀ ਲੋਕਾਂ ਦੀ, ਉਹਨਾਂ ਨੂੰ ਵੇਚ ਕੇ ਉਹ ਨਿੱਜੀ ਹੱਥਾਂ ਦੇ ਵਿੱਚ ਦਿੱਤਾ ਜਾ ਰਿਹਾ। ਤੇ ਰੁਜ਼ਗਾਰ ਜਿਹੜੇ ਠੇਕੇ ਦੇ ਉੱਤੇ ਜਿਹੜੇ ਭਰਤੀ ਕੀਤੇ ਜਾ ਰਹੇ ਆ ਕਿ ਜਦੋਂ ਮਰਜ਼ੀ ਕੱਢ ਦੇਣ ਸਾਡੇ ਨੌਜਵਾਨਾਂ ਨੂੰ। ਅੱਜ ਉਹਦੇ ਬਦਲਵਾਂ ਪ੍ਰਬੰਧ ਵਾਸਤੇ ਕੋਈ ਨਵੀਂ ਰੁਜ਼ਗਾਰ ਦੀ ਯੋਜਨਾ ਨਹੀਂ ਬਣਾਈ ਜਾ ਰਹੀ। ਅੱਜ ਕਾਰਖਾਨੇ ਵੱਡੀ ਪੱਧਰ ਦੇ ਉੱਤੇ ਬੰਦ ਪਏ ਆ, ਇੰਡਸਟਰੀ ਬੰਦ ਪਈ ਆ, ਜਿੱਥੇ ਹਜ਼ਾਰਾਂ ਮਜ਼ਦੂਰ ਸਾਡੇ ਨੌਜਵਾਨ ਜਿਹੜੇ ਕੰਮ ਕਰਦੇ ਸੀ ਅੱਜ ਬੇਕਾਰੀ ਦੀ ਪੱਠੀ ਦੇ ਵਿੱਚ ਝੁਕ ਰਹੇ ਆ। ਇਹ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਅਗਨੀਪਥ ਯੋਜਨਾ ਦੇ ਖਿਲਾਫ ਭਾਰਤੀ ਜਿਹੜੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ, ਰੇਲਾਂ ਗੱਡੀਆਂ ਨੂੰ ਜਿਸ ਤਰ੍ਹਾਂ ਅਗਨੀਭੇਟ ਕੀਤਾ ਜਾ ਰਿਹਾ, ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ? ਇਹ ਵੇਖੋ ਤੁਸੀਂ, ਅਸੀਂ ਤੇ ਇਸ ਹੱਕ ਦੇ ਵਿੱਚ ਨਹੀਂ, ਕਿਉਂਕਿ ਇਹ ਸਰਕਾਰ ਦੀ ਪ੍ਰਾਪਰਟੀ ਨਹੀਂ ਆ, ਇਹ ਲੋਕਾਂ ਦੀ ਆ। ਰੇਲਵੇ ਲੋਕਾਂ ਦਾ ਆ, ਵੱਖ-ਵੱਖ ਤਰ੍ਹਾਂ ਦੀਆਂ ਬਿਲਡਿੰਗਾਂ ਲੋਕਾਂ ਦੀ ਪਬਲਿਕ। ਅਸੀਂ ਇਹਦੇ ਹੱਕ ਦੇ ਵਿੱਚ ਨਹੀਂ, ਸਾਨੂੰ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਜ਼ਰੂਰ। ਕੋਈ ਪ੍ਰਾਪਰਟੀਆਂ ਸਾੜਨ ਦੇ ਨਾਲ ਇਹਦੇ ਨਾਲ ਅਸੀਂ ਵਿਰੋਧ ਦੇ ਵਿੱਚ, ਅਸੀਂ ਇਹਦਾ ਸਮਰਥਨ ਨਹੀਂ ਕਰਦੇ ਕਿ ਜਿਹੜਾ ਕਿ ਲੈਣਾ ਤੁਸੀਂ ਸਾੜ ਦਿਓ ਜਾਂ ਜਿਹੜਾ ਸਟੇਸ਼ਨਾਂ ਨੂੰ ਤੁਸੀਂ ਅੱਗ ਲਾ ਦਿਓ, ਬੱਸਾਂ ਨੂੰ ਅੱਗ ਲਾ ਦਿਓ, ਨਿਰਦੋਸ਼ ਲੋਕਾਂ ਨੂੰ ਮਾਰ ਦਿਓ। ਅਸੀਂ ਇਹਦਾ ਵਿਰੋਧ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਸਰਕਾਰ ਨੂੰ ਇਹਦੇ 'ਤੇ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ। ਇਹਨੂੰ ਫਿਰ ਜਿਹੜਾ ਅਗਨੀਪਥ ਜਿਹੜੀ ਯੋਜਨਾ ਵਾ ਉਹਨੂੰ ਬਿਲਕੁਲ ਜਿਹੜਾ ਵਾਪਸ ਲੈਣਾ ਚਾਹੀਦਾ। ਜਿਸ ਤਰ੍ਹਾਂ ਪ੍ਰਾਪਰਟੀਆਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ, ਜਿਸ ਤਰ੍ਹਾਂ ਪਹਿਲੇ ਵਾਲਾ ਮਾਹੌਲ, ਜਿਸ ਤਰ੍ਹਾਂ ਅੱਗ ਫੂਕ ਕੀਤਾ ਗਿਆ ਕਿ ਪ੍ਰਾਪਰਟੀਆਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਸੀ, ਉਹੀ ਮਾਹੌਲ ਫਿਰ ਦੁਬਾਰਾ ਸ਼ੁਰੂ ਹੋ ਗਿਆ ਹੈ। ਆਪਣੇ ਸੈਂਟਰ ਸਰਕਾਰ ਨੂੰ ਚਾਹੀਦਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੀਦਾ ਕਿ ਇਹਨਾਂ ਕਾਨੂੰਨਾਂ 'ਤੇ ਪਾਬੰਦੀ ਲਾਈ ਜਾਵੇ, ਨਹੀਂ ਤਾਂ ਆਉਣ ਵਾਲਾ ਮਾਹੌਲ ਜਿਹੜਾ ਹੋਰ ਵੀ ਖਰਾਬ ਹੋ ਸਕਦਾ ਹੈ। ਹੋਰ ਜਥੇਬੰਦੀਆਂ ਨਾਲ ਤੁਹਾਡੇ ਅਸੀਂ ਗੱਲਬਾਤ ਕਰਾਵਾਂਗੇ। ਸਰ, ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਭਾਰਤ ਜੋ ਅਗਨੀਪਥ ਯੋਜਨਾ ਲਾਗੂ ਕੀਤੀ ਗਈ, ਉਸ ਸੰਬੰਧ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਤੇ ਡੀਸੀ ਸਾਹਿਬ ਵੱਖਰੇ ਜ਼ਿਲ੍ਹਿਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਰਹੇ, ਉਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ? ਇਹਨਾਂ ਕਿਸਾਨ ਜਥੇਬੰਦੀਆਂ ਦੇ ਬੜੇ ਸਤਿਕਾਰਯੋਗ ਆਗੂ ਮੇਰੇ ਕੋਲ ਆਏ ਨੇ ਔਰ ਇਹਨਾਂ ਨੇ ਮੈਨੂੰ ਮੰਗ ਪੱਤਰ ਦਿੱਤਾ ਹੈਗਾ, ਜਿਹਦੇ ਵਿੱਚ ਕਿ ਇਹਨਾਂ ਨੇ ਕੁਝ ਆਪਣੇ ਪੁਆਇੰਟ ਜੋ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣ ਵਾਸਤੇ ਕਿਹਾ ਹੈਗਾ। ਤਾਂ ਮੈਂ ਅੱਜ ਹੀ ਸਰਕਾਰ ਨੂੰ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਸੁਝਾਅ ਹੈਗੇ ਆ ਉਹ ਭੇਜ ਦਿੰਦਾ ਹੈਗਾ ਤਾਂ ਕਿ ਉਹਨਾਂ 'ਤੇ ਯੋਗ ਕਾਰਵਾਈ ਹੋ ਸਕੇ। ਸਰਕਾਰ ਦਾ ਅਗਨੀਪਥ ਵਿਰੋਧ ਦੇ ਵਿੱਚ ਡੀਸੀ ਦਫ਼ਤਰ ਨੂੰ ਘੇਰ ਕੇ ਬੈਠੇ ਕਿਸਾਨ ਵੀਰੋ, ਤੁਸੀਂ ਸਾਰੇ ਮੰਗ ਪੱਤਰ ਪ੍ਰਦਰਸ਼ਨ ਦੇ ਵਿੱਚ ਆਏ ਆ, ਅਗਨੀਪਥ ਵਿਰੋਧ ਦੇ ਵਿੱਚ ਆਏ ਆ। ਉਹ ਮੇਰੇ ਵੀਰ ਐ ਨਿੱਟ ਕੇ ਆਰਾਮ ਨਾਲ ਬਹਿ ਜਾਣਾ। ਗਰਮੀ ਬਹੁਤ ਆ, ਪਰ ਜਦੋਂ ਆਪਾਂ ਗਰਮੀ ਚੱਲ ਲਈਏ, ਗਰਮੀ ਕੁਛ ਨਹੀਂ ਕਹਿੰਦੀ। ਮੇਰੇ ਸਾਰੇ ਬੇਨਤੀ ਆ ਉਹ ਸਾਰੇ ਆਰਾਮ ਨਾਲ ਨਿੱਟ ਕੇ ਬਹਿ ਜਾਣਾ। ਸੋ ਭਰਾਓ, ਇਹ ਜਿਹੜਾ ਅਗਨੀਪਥ ਇਹ ਕਾਨੂੰਨ ਕੱਢਿਆ ਗੌਰਮੈਂਟ ਨੇ ਆਰਮੀ ਦੇ ਬਰਖਲਾਫ, ਇੱਕ ਆਰਮੀ ਨੂੰ ਠੇਕੇ ਦੇ ਵਿੱਚ ਦੇਣ ਵਾਸਤੇ, ਆਮਦੇ ਖਜ਼ਾਨੇ ਭਰਨ ਵਾਸਤੇ ਇਹ ਮੋਦੀ ਸਰਕਾਰ ਨੇ ਆਪਣੇ ਦੇ ਕਾਨੂੰਨ ਵਿੱਚ ਥੋਪਿਆ। ਇਹਦੇ ਵਿੱਚ ਆਪਾਂ ਨੂੰ ਆਉਣ ਵਾਲੇ ਘਾਟੇ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਨਹੀਂ ਪਤਾ ਕਿ ਜਿਹੜਾ ਬੱਚਾ ਜੋ ਆਪਾਂ ਭਰਤੀ ਕਰਾਂਗੇ ਉਹ 4 ਸਾਲ ਦੇ ਵਿੱਚ ਕੀ ਕਰੂਗਾ। 4 ਸਾਲ ਦੇ ਵਿੱਚ ਇੱਕ ਜਿਹੜਾ ਬੱਚਾ ਬਹਿਣਾ ਖਲੋਣਾ ਉਹਨੂੰ ਬਹਿਣ ਖਲੋਣ ਦੀ ਗੱਲ ਕਰਨੀ 2 ਸਾਲਾਂ ਦੇ ਵਿੱਚ। ਜਾਂ ਕੋਈ ਗਡਾਈ ਗਡੂਈ ਦਾ ਕੰਮ ਕਰਦੇ ਉਹਦੇ ਨਾਲੋਂ ਜ਼ਿਆਦਾ ਗਰਮੀ ਸੀਗੀ। ਜੇ ਤੇ ਆਪਾਂ ਆਏ ਆ ਸੱਚੀ ਮੁੱਚੀ ਮੰਗ ਪੱਤਰ ਦੇਣ ਵਾਸਤੇ, ਆਪਾਂ ਨੂੰ ਉਹ ਸੈਂਟਰ ਸਰਕਾਰ ਦਾ ਵਿਰੋਧ ਕਰਨ ਵਾਸਤੇ ਆਏ ਆ, ਫਿਰ ਤੇ ਮੇਰਾ ਵੀਰ ਕਿਸੇ ਨੂੰ ਆਖਣ ਦੀ ਲੋੜ ਨਹੀਂ, ਮੈਂ ਵੀ ਆਵੇ ਨਾਲ ਧੁੱਪੇ ਬੈਠਾ ਸਾਰੇ ਬਹਿ ਜਾਓ। ਜੇ ਆਪਾਂ ਇਹ ਕਹਿੰਦਾ ਕੋਈ ਬੰਦਾ ਖਲੋਤਾ ਨਹੀਂ, ਸਿਰਫ ਆ ਤਾਂ ਨਾ ਆਪਾਂ ਗਰਮੀ ਬੜੀ ਆ, ਮਿੰਟ ਸਾਰੇ 20 ਹੀ ਲਾਉਣੇ, ਆਪਾਂ ਜ਼ਿਆਦਾ ਗਰਮੀ ਲਾਉਣਾ। ਮੈਂ ਬੁਲਾਰਿਆਂ ਗੜੀ ਬੇਨਤੀ ਕਰੂੰਗਾ, ਜਿਹੜੇ 1-2 ਸਾਡੇ ਬੁਲਾਰੇ ਲੱਗਣੇ ਆ ਉਹ
2-4 ਮਿੰਟ ਦੀ ਸਿਰਫ ਗੱਲਬਾਤ ਕਰਨ, 2-4 ਮਿੰਟ ਗੱਲਬਾਤ ਕਰਕੇ ਫਿਰ ਆਪਾਂ ਸੈਂਟਰ ਸਰਕਾਰ ਦਾ ਪੁਤਲਾ ਦੂਸਰਾ 4-5 ਬੰਦੇ ਜਾ ਕੇ ਤੇ ਉੱਥੇ ਜੇ ਕਿਸੇ ਭਰਾ ਦੀ ਕੋਈ ਹੈਗਾ ਵਾ ਉੱਥੇ ਡੀਸੀ ਗੋਚਰਾ ਕੰਮ ਧੰਦਾ ਤੇ ਉਹ ਵੀ ਲਿਖਾ ਕੇ ਕਿ ਸਾਡਾ ਕੋਈ ਕੰਮ ਧੰਦਾ ਵਾ ਨਾਲ ਆਪਾਂ ਇਹ ਵੀ ਕਰ ਲਾਂਗੇ। ਇਹੋ ਬੇਨਤੀ ਆ ਭਰਾਵੋ, ਸਭ ਤੋਂ ਜ਼ਿਆਦਾ ਇਹ ਜਿਹੜਾ 10 ਸਾਲ ਤੋਂ ਬਾਅਦ ਦੇ ਵਿੱਚ ਤਕਰੀਬਨ ਉਹ ਲੈਸਨੈਟ ਬਣਦਾ, ਉਦੋਂ ਬਾਅਦ ਤੁਹਾਨੂੰ ਲੜਾਈ ਦੀਆਂ ਗਤੀਵਿਧੀਆਂ ਦਾ ਪਤਾ ਲੱਗਦਾ। ਆਪਣੇ 18 ਮਿੰਟ ਆਪਾਂ ਕਿ 4 ਸਾਲ ਦੇ ਵਿੱਚ ਬੱਚਾ ਲੜਾਈ ਲੜੂਗਾ, ਇਹ ਬਾਤ ਜਦੋਂ ਇਹਨੇ 4 ਸਾਲ ਵਾਲੇ ਬੱਚੇ ਠੇਕੇ ਤੇ ਭਰਤੀ ਕੀਤੇ, ਉਹਨਾਂ ਨੂੰ 20,000 ਜਾਂ 30,000 ਤਨਖਾਹ ਤੇ ਰੱਖਿਆ ਤੇ ਉਹਨਾਂ ਤੋਂ ਲੜਾਈਆਂ। ਇੰਦਰਾ ਗਾਂਧੀ ਨੇ ਵੀ ਇੱਕ ਦਿਨ ਪਹਿਲਾਂ ਇਹ ਕੰਮ ਕੀਤਾ ਸੀ ਕਿ ਐਤਵਾਰ ਦੇ ਦਿਨ ਛੁੱਟੀ ਹੁੰਦੀ ਆ, ਜਿਹੜੇ ਜਵਾਨ ਆ ਇਹਨਾਂ ਦੀ ਤਨਖਾਹ ਹੋਰ ਵੀ ਵੱਧ ਕੀਤੀ ਜਾਵੇ, ਐਤਵਾਰ ਦੀ ਤਨਖਾਹ ਨਾ ਮਿਲੇ। ਪਰ ਭਰਾਓ, ਜਦੋਂ ਅਗਲੇ ਬੰਦੇ ਜਵਾਨਾਂ ਦਾ ਸਾਰਿਆਂ ਨੇ ਆਖਿਆ ਐਤਵਾਰ ਦੇ ਦਿਨ ਲੜਾਈ ਲੱਗੀ ਤਾਂ ਅਸੀਂ ਨਹੀਂ ਲੜਾਂਗੇ। ਅੱਜ ਵੀ ਭਰਾਓ, ਜਿਹੜੇ ਤਿੰਨੇ ਚੀਫ ਆ, ਤਿੰਨੇ ਚੀਫਾਂ ਨੇ ਬਿਆਨ ਦਿੱਤਾ, ਜਲ ਸੈਨਾ, ਵਾਯੂ ਸੈਨਾ, ਇਨਫੈਂਟਰੀ, ਇਹਨਾਂ ਨੇ ਬਿਆਨ ਦਿੱਤਾ। ਮੈਂ ਖੁਦ ਬਿਆਨ ਪੜ੍ਹਿਆ ਕਿ ਸਾਨੂੰ ਜਿਹੜੀ ਇਹ 4 ਸਾਲ ਵਾਲੀ ਫੌਜ ਆ ਇਹ ਮਨਜ਼ੂਰ ਹੈ, ਰੱਖਣੀ ਚਾਹੀਦੀ ਆ। ਪਰ ਉਹਨਾਂ ਇਹ ਨਹੀਂ ਸੋਚਿਆ ਕਿ ਜਵਾਨਾਂ ਬਾਰੇ ਤਾਂ ਜ਼ਰੂਰ ਬੋਲ ਦਿੱਤਾ, ਜਿਹਨੂੰ ਕਿ ਓਵਰ ਰੈਂਕ ਅਤੇ ਅਦਰ ਰੈਂਕ ਅਫਸਰ ਰੈਂਕ ਦਾ ਕਿਉਂ ਨਹੀਂ ਕਿਤੇ ਬਿਆਨ ਆਉਂਦਾ ਕਿ ਅਫਸਰ ਰੈਂਕ ਨੂੰ 4 ਸਾਲ ਵਾਸਤੇ ਭਰਤੀ ਹੋਊਗਾ, ਕਿਉਂਕਿ ਉਹ ਖੁਦ ਅਫਸਰ ਆ। ਜਿੱਦਣ ਉਹਨਾਂ ਨੂੰ ਬੁਲਾਵਾ ਪਿਆ ਸੀ ਇੰਦਰਾ ਗਾਂਧੀ ਨੇ ਐਤਵਾਰ ਦੀ ਤਨਖਾਹ ਬੰਦ ਕੀਤੀ ਸਾਰਿਆਂ ਦੀ, ਉਦੋਂ ਅਫਸਰ ਵੀ ਭੁੜਕੇ ਸੀ ਕਿ ਨਹੀਂ ਹੋਣਾ ਚਾਹੀਦਾ, ਅਸੀਂ ਲੜਾਈ ਨਹੀਂ ਲੜਾਂਗੇ। ਅੱਜ ਜਿਹੜਾ ਅਫਸਰਵਾਦ ਆ ਇਹ ਬਣਾਉਂਦੀ ਆ। ਨਹੀਂ ਸੋਹਣਾ ਵਧੀਆ ਤਗੜੇ 90 ਕਰੋ ਵਧੀਆ। ਸਾਡੇ ਮਾਰੂ ਕਾਨੂੰਨ ਨੂੰ ਭਾਵੇਂ ਪਹਿਲੋਂ ਜ਼ਮੀਨਾਂ ਦੀ ਖੋਣ ਦੀ ਗੱਲ ਹੋਵੇ, ਸੋਚ ਸਮਝ ਕੇ ਫੈਸਲੇ ਨਹੀਂ ਕਰਦਾ। ਭਾਵੇਂ ਅਗਲੀ ਪੱਤ ਜਿਹੜਾ ਹੈ ਕਾਨੂੰਨ ਬਣਾਇਆ ਹੈ ਇਹ ਹੋਵੇ, ਕਿਉਂਕਿ ਐਸੇ ਕਾਨੂੰਨ ਬਣਾਉਂਦਾ ਹੈ ਜੋ ਉਹ ਜਿਹੜੇ ਲੋਕਾਂ ਦਾ ਵੱਡਾ ਸਾਰਾ ਜਿਹੜਾ ਜੇਬ ਦਾ ਨੁਕਸਾਨ ਕਰਦੇ ਨੇ। ਮੈਂ ਹੈਰਾਨ ਆ ਜਦੋਂ ਇਹ ਕਾਨੂੰਨ ਵੇਖਿਆ, ਟੀਵੀ ਤੇ ਆਇਆ, ਪੜਿਆ, ਹੈਰਾਨ ਵਾਲੀ ਗੱਲ ਹਰ ਚੀਜ਼ ਅਸੀਂ ਪਹਿਲਾਂ ਵੀ ਆਨੇ ਕਿਸਾਨ ਕਿ ਇਹ ਸਾਰੀਆਂ ਚੀਜ਼ਾਂ ਪ੍ਰਾਈਵੇਟ ਕਰ ਦੂਗਾ। ਅੱਜ ਫੌਜ ਨੂੰ ਪ੍ਰਾਈਵੇਟ ਕਰਨ ਜਾ ਰਿਹਾ ਹੈ ਕਿਉਂਕਿ ਇਹਦੀ ਨੀਤੀ ਨਹੀਂ ਚੰਗੀ। ਭਾਰਤ ਦੀ ਨੀਤੀ ਜਿਹੜੀ ਆ ਬਹੁਤ ਮਾੜੀ ਨੀਤੀ ਹੈ, ਕਿਉਂਕਿ ਇਹਨਾਂ ਨੇ ਇਸ ਤਰ੍ਹਾਂ ਦੇ ਕਾਨੂੰਨ ਬਣਾਉਣੇ ਆ। ਉਹ ਰਾਤ ਨਾਲ ਸੇਵਾ ਪੂਰਾ ਹੋ ਗਿਆ ਤਾਂ ਧੌਣ ਲੈ ਗਈ। ਤਰਨਤਾਰਨ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਵੱਖ-ਵੱਖ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦਾ ਪੁਤਲੇ ਸਾੜੇ ਜਾ ਰਹੇ ਹਨ ਤੇ ਜੋ ਸਰਕਾਰ ਵੱਲੋਂ ਅਗਨੀਪਥ ਯੋਜਨਾ ਲਿਆਂਦੀ ਗਈ ਹੈ ਉਹਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਸ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੀ ਇੱਕ ਬਹੁਤ ਵੱਡਾ ਇਕੱਠ ਕਰਕੇ ਉਹਦੇ ਖਿਲਾਫ ਜੋ ਆਪਣੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਉਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ। ਜੀ ਵੀਰ ਜੀ, ਕੀ ਨਾ ਜੀ? ਮੈਂ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ। ਜੋ ਸੈਂਟਰ ਸਰਕਾਰ ਦੀਆਂ ਨੀਤੀਆਂ ਵਾ ਉਹ ਕਿਸਾਨੀ ਤੇ ਜਵਾਨੀ ਮਾਰੂ ਨੀਤੀਆਂ ਵਾ। ਸਾਡੇ ਪਹਿਲੋਂ ਇਹਨਾਂ ਕਿਸਾਨੀ ਨੂੰ ਢਾਹ ਲਾਈ, ਕਿਸਾਨੀ ਦੇ 3 ਖੇਤੀ ਕਾਲੇ ਕਾਨੂੰਨ ਬਣਾ ਕੇ ਤੇ ਕਿਸਾਨਾਂ ਨੂੰ ਲੁੱਟਣਾ ਚਾਹਿਆ। ਪਰ ਸਾਡੀਆਂ ਸੰਯੁਕਤ ਕਿਸਾਨ ਮੋਰਚੇ ਨੇ, ਸਮੁੱਚੀਆਂ ਜਥੇਬੰਦੀਆਂ ਨੇ, ਦੁਕਾਨਦਾਰਾਂ ਨੇ, ਮੁਲਾਜ਼ਮਾਂ ਨੇ, ਜਿੰਨੇ ਵੀ ਵਰਗ ਹੈਗੇ, ਮਜ਼ਦੂਰ ਹੈਗੇ, ਸਾਰਿਆਂ ਨੇ ਏਕਾ ਕਰਕੇ ਇਹ ਜਿਹੜੇ ਅਸੀਂ 3 ਖੇਤੀ ਕਾਲੀ ਕਾਨੂੰਨ ਸੀ ਉਹ 1 ਸਾਲ ਲਗਾਤਾਰ ਜਿਹੜਾ ਦਿੱਲੀ ਬਾਰਡਰ ਤੇ ਬਹਿ ਕੇ ਉਹ ਵਾਪਸ ਕਰਾਏ। ਹੁਣ ਇਹਨਾਂ ਨੇ ਜਿਹੜਾ ਸਾਡਾ ਫੌਜ ਦਾ ਵਾ ਅਗਨੀਪਥ ਯੋਜਨਾ ਜਿਹੜੀ ਇਹਨਾਂ ਬਣਾਈ ਆ ਉਹ ਬਹੁਤ ਗਲਤ ਬਣਾਈ ਆ। 4 ਸਾਲ ਦੇ ਵਿੱਚ ਕੋਈ ਨਾ ਤੇ ਬੱਚਾ ਕੋਈ ਟ੍ਰੇਨ ਹੁੰਦਾ ਵਾ। ਜੇ ਮੰਨ ਲਓ 4 ਸਾਲ ਦੇ ਵਿੱਚ ਸਭ ਤੋਂ ਸਾਨੂੰ ਜ਼ਿਮੀਂਦਾਰ ਨੂੰ ਤੇ ਕਿਸਾਨ ਮਜ਼ਦੂਰ ਨੂੰ ਇਹੋ ਹੀ ਲਾਭ ਹੀ ਵੀ ਸਾਡਾ ਬੱਚਾ ਜਿਹੜਾ ਵਾ ਫੌਜ 'ਚ ਭਰਤੀ ਹੋ ਜਾਊਗਾ ਤੇ ਸਾਡੀ ਜਿਹੜੀ ਜ਼ਿੰਦਗੀ ਆ ਉਹ ਸੌਖੀ ਹੋ ਜਾਊਗੀ, ਸਖਾਲੀ ਹੋ ਜਾਊਗੀ। ਪਰ ਇਹਨਾਂ ਸਰਕਾਰਾਂ ਨੇ ਜਿਹੜੀ ਪੈਨਸ਼ਨਾਂ ਵੀ ਬੰਦ ਕਰ ਘੱਤੀਆਂ ਵਾ, ਇਹ ਬਿਲਕੁਲ ਨਾ ਗਲਤ ਕੀਤਾ ਵਾ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਸੰਯੁਕਤ ਮੋਰਚੇ ਵੱਲੋਂ ਜੋ ਵੀ ਸਾਨੂੰ ਸਟੈਪ ਚੁੱਕਣਾ ਪਊਗਾ ਉਹ ਅਸੀਂ ਵਿਦਿਆਰਥੀਆਂ ਦੇ ਨਾਲ ਆ। ਵਿਦਿਆਰਥੀਆਂ ਤੋਂ ਨਾਲ ਜੋ ਵੀ ਸਾਡੇ ਨਾਲ ਅਸੀਂ ਹਰ ਕਿਸਾਨ ਜੋ ਕਾਲੇ 3 ਕਾਨੂੰਨ ਜਿਹੜੇ ਸਰਕਾਰ ਵੱਲੋਂ ਲਾਗੂ ਕੀਤੇ ਗਏ ਸੀ ਉਸ ਟਾਈਮ ਹੀ
ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਰਲ ਕੇ ਕਿਹਾ ਗਿਆ ਸੀ ਕਿ ਆਹ ਕਾਨੂੰਨ ਜਿਹੜੇ ਬਹੁਤ ਵਧੀਆ ਨੇ, ਕਿਸਾਨਾਂ ਦੇ ਹੱਕ ਵਿੱਚ ਨੇ। ਹੁਣ ਵੀ ਇਹੀ ਕਿਹਾ ਜਾ ਰਿਹਾ ਕਿ ਜੋ ਅਗਨੀਪਥ ਯੋਜਨਾ ਲਿਆਂਦੀ ਗਈ ਹੈ ਉਹ ਵੀ ਨੌਜਵਾਨ ਪੀੜ੍ਹੀ ਲਈ ਬਹੁਤ ਵਧੀਆ ਯੋਜਨਾ ਹੈ। ਇਹਦੇ ਨਾਲ ਨੌਜਵਾਨਾਂ ਨੂੰ ਬਹੁਤ ਵਧੀਆ ਰੁਜ਼ਗਾਰ ਮਿਲੂਗਾ, ਕਾਰੋਬਾਰ ਮਿਲੂਗਾ। ਇਸ ਤਰ੍ਹਾਂ ਇਹਨਾਂ ਦੀਆਂ ਨੌਕਰੀਆਂ ਲੱਗਣਗੀਆਂ, ਕਿਉਂਕਿ ਦੂਸਰੀਆਂ ਨੌਕਰੀਆਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ? ਜਿਹੜੀਆਂ ਨੌਕਰੀਆਂ ਦੀ ਇਹ ਗੱਲ ਕਰਦੇ, ਬਹੁਤ ਵਧੀਆ ਗੱਲ ਹੈ। 4 ਸਾਲਾਂ ਦੇ ਵਿੱਚ ਤੁਸੀਂ ਦੱਸੋ ਵੀ ਸਾਡਾ ਬੱਚਾ ਕਿੰਨੀ ਕੁ ਤਨਖਾਹ ਲੈ ਆਊਗਾ, ਤੇ ਜਾਂ ਤੇ 4 ਸਾਲ ਨੌਕਰੀ ਕਰਕੇ ਇਹਨਾਂ ਦੀ ਪੈਨਸ਼ਨ ਲਾਉਣ ਜਿਸ ਤਰ੍ਹਾਂ ਅੱਗੇ ਲੱਗਦੀ ਆ। ਸਾਨੂੰ ਪਤਾ ਲੱਗੇ ਜਿਹੜੀ ਸਰਕਾਰ ਆ ਉਹ ਨੌਜਵਾਨਾਂ ਦੇ ਪੱਖੀ ਆ, ਸਰਕਾਰ ਸਾਡੇ ਪੱਖੀ ਆ। ਪਰ ਜਾਂ ਜੇ ਪੈਨਸ਼ਨ ਨਹੀਂ ਲਾਉਣੀ, ਪਰ 4 ਸਾਲ ਨੂੰ ਅਸੀਂ ਨੌਕਰੀ ਦੇ ਵਿੱਚ ਕੀ ਕਰਾਂਗੇ, ਕੀ 4 ਸਾਲ ਦੀ ਨੌਕਰੀ ਕਰਾਂਗੇ? ਬਿਲਕੁਲ ਇਹ ਕੰਮ ਗਲਤ ਆ, ਇਹ ਨਹੀਂ ਹੋਣ ਦਿੱਤਾ ਜਾਊਗਾ। ਜਿੱਥੋਂ ਤੱਕ ਵੀ ਸਾਡਾ ਜ਼ੋਰ ਲਾਉਣਾ ਪਿਆ ਅਸੀਂ ਜ਼ਰੂਰ ਉਹ ਲਾਵਾਂਗੇ। ਇਹ ਬਿਲਕੁਲ ਕਾਨੂੰਨ ਜਿਹੜਾ ਗਲਤ ਆ, ਕਾਨੂੰਨ ਫੌਰੀ ਜਿਹੜੀ ਆ ਸਰਕਾਰ ਇਹ ਕਾਨੂੰਨ ਵਾਪਸ ਲਵੇ। ਅੱਜ ਤੁਸੀਂ ਮੋਦੀ ਸਰਕਾਰ ਦਾ ਪੁਤਲਾ ਫੂਕਣ ਜਾ ਰਹੇ ਹੋ ਤੇ ਮੰਗ ਪੱਤਰ ਵੀ ਦਿੱਤਾ ਜਾ ਰਿਹਾ। ਕੀ ਮੰਗ ਪੱਤਰ ਵਿੱਚ ਤੁਹਾਡੀ ਕੀ ਪਹਿਲੀ ਮੰਗ ਕੀ ਹੈਗੀ? ਮੰਗ ਜਿਸ ਤਰ੍ਹਾਂ ਅਸੀਂ 3 ਕਾਲੇ ਕਾਨੂੰਨ ਜਦੋਂ ਰੱਦ ਕਰਾਉਣੇ ਸੀ, ਅਸੀਂ ਥੱਲੇ ਐਸਡੀਐਮ ਡੀਸੀਆਂ ਤੋਂ ਸ਼ੁਰੂ ਹੋਏ ਹਾਂ। ਇਹੋ ਹੀ ਸਾਡਾ ਸਟੈਪ ਆ। ਅਸੀਂ ਐਸਡੀਐਮ ਡੀਸੀਆਂ ਤੋਂ ਇਹ ਸ਼ੁਰੂ ਹੋ ਕੇ ਤਾਂ ਦੀ ਤਾਂ ਹੋ ਸਕਦਾ ਸਾਨੂੰ ਜਿੱਥੇ ਵੀ ਸਾਨੂੰ ਉਸ ਦਾ ਦਿੱਲੀ ਜਾ ਕੇ ਫੇਰ ਬਹਿਣਾ ਪਵੇ। ਜੋ ਜਥੇਬੰਦੀਆਂ ਦਾ ਫੈਸਲਾ ਹੋਊਗਾ ਅਸੀਂ ਉਹ ਫੈਸਲੇ ਉੱਤੇ ਦਿੱਲੀ ਜਾ ਕੇ ਸਾਨੂੰ ਬਹਿਣਾ ਪਊ। ਤੇ ਦਿੱਲੀ ਸਾਡੇ ਨਾਲ ਮੌਜੂਦ ਨੇ ਹੋਰ ਵੀ ਜਥੇਦਾਰ ਮੌਜੂਦ ਨੇ ਜੋ ਕਿ ਸੈਨਿਕ ਵੀ ਰਹੇ ਨੇ, ਪਹਿਲਾਂ ਫੌਜੀ ਰਹੇ ਨੇ। ਉਸ ਸੰਬੰਧ ਵਿੱਚ ਗੱਲ ਕਰਦੇ ਹਾਂ। ਜਵਾਹਿਰ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮੈਂ ਸਿੰਘ ਸਾਹਿਬ, ਆ ਜਿਹੜਾ ਅਗਨੀਪਥ ਯੋਜਨਾ ਲੈ ਕੇ ਆਏ ਆ ਕਾਨੂੰਨ ਹੈ ਕੀ ਆ? ਇਹ ਜਿਹੜਾ ਕਾਨੂੰਨ ਹੈ ਜੀ, ਇਹ ਸਿਰਫ ਜਵਾਨਾਂ ਨੂੰ ਵਰਗਲਾ ਕਰਨ ਵਾਲਾ, ਜਵਾਨਾਂ ਦਾ ਬੇੜਾ ਗਰਕ ਕਰਨ ਵਾਲਾ ਇਹ ਕਾਨੂੰਨ ਆ। 4 ਸਾਲ ਦੇ ਵਿੱਚ ਕਿਸੇ ਬੱਚੇ ਨੂੰ ਜਿਹੜੀ ਆਪਾਂ ਸਰਵਿਸ ਦਾ ਝਾਂਸਾ ਦਿੰਨੇ ਆ, 4 ਸਾਲ ਬਾਅਦ ਉਹ ਬੱਚਾ ਕਿੱਥੇ ਜਾਊਗਾ? ਔਰ ਨਾ 4 ਸਾਲ ਤੱਕ ਟ੍ਰੇਨਿੰਗ ਕਰਕੇ ਜਾਂ ਫੌਜ ਦੇ ਵਿੱਚ ਰਹਿ ਕੇ ਉਹ ਲੜਾਈ ਲੜ ਸਕਦਾ। ਜਿਹੜੀ ਲੜਾਈ ਲੜਨੀ ਆ ਇਹ ਬਹੁਤ ਔਖੀ ਆ ਜੀ। ਕਹਿ ਦੇਣਾ ਸੌਖਾ, ਪਰ ਜਦੋਂ ਬਾਰਡਰ ਤੇ ਸਾਹਮਣੇ ਗੋਲੀ ਆਉਂਦੀ ਆ ਉਦੋਂ ਬੜਾ ਤਗੜਾ ਜਿਗਰਾ ਹੋਵੇ ਤੇ ਫਿਰ ਖਾਧੀ ਜਾਂਦੀ ਆ। ਜਿਹੜਾ ਬੱਚਾ 4 ਸਾਲ ਦਾ, ਉਹ ਬੱਚੇ ਦਾ ਦਿਲ ਹੀ ਨਹੀਂ ਬਣਿਆ ਹੁੰਦਾ। 4 ਸਾਲ ਦੇ ਵਿੱਚ ਸਿਰਫ ਜਿਹੜਾ ਬੱਚਾ ਉਹ ਬੈਠਣਾ ਉੱਠਣਾ ਸਿੱਖਦਾ, ਇਹਦੋਂ ਜ਼ਿਆਦਾ ਉਹ ਤੋਂ ਕੁਝ ਨਹੀਂ ਸਿੱਖਿਆ ਜਾਂਦਾ। 10 ਸਾਲ ਤੱਕ ਜਾ ਕੇ ਇੱਕ ਬੱਚਾ ਲੈਸਨੈਕ ਬਣਦਾ। ਉਸ ਤੋਂ ਬਾਅਦ ਦੇ ਵਿੱਚ ਕੀ ਹੁੰਦਾ, ਉਹ ਇੱਕ ਲੜਾਈ ਦੀ ਸਿੱਖਿਆ ਲੈਂਦਾ, ਉਹਦਾ ਜਜ਼ਬਾ ਕਾਇਮ ਹੁੰਦਾ, ਉਹ 'ਚ ਦਲੇਰਗੀ ਆਉਂਦੀ ਆ। ਉਸ ਤੋਂ ਪਹਿਲਾਂ ਤਾਂ ਕੋਈ ਮਤਲਬ ਨਹੀਂ ਕਿ ਬੱਚਾ ਲੜਾਈ ਲੜ ਜੇ। ਪਰ ਸਰਕਾਰ ਕਹਿ ਰਹੀ ਹੈ ਕਿ ਇਹ ਕਾਨੂੰਨ ਜਿਹੜਾ ਬਹੁਤ ਲਾਹੇਵੰਦ ਹੈ ਨੌਜਵਾਨਾਂ ਪੀੜ੍ਹੀ ਵਾਸਤੇ। ਸਰਕਾਰ ਤਾਂ ਕਹਿ ਰਹੀ ਜੀ, ਸਰਕਾਰ ਨੇ ਆਪਣਾ ਖਜ਼ਾਨਾ ਬਚਾਉਣਾ। ਸਰਕਾਰ ਸਿਰਫ ਖਜ਼ਾਨੇ ਦੇ ਪਿੱਛੇ ਪਈ ਆ, ਨਾ ਕਿ ਦੇਸ਼ ਦੀ ਭਲਾਈ ਵਾਸਤੇ। ਜਦੋਂ ਕਾਲੇ ਕਾਨੂੰਨ ਬਣਾਏ ਗਏ ਸੀ ਉਦੋਂ ਵੀ ਪੰਜਾਬ ਸਰਕਾਰ ਨੇ ਵੀ ਸਹਿਮਤੀ ਕੀਤੀ ਸੀ ਤੇ ਕੇਂਦਰ ਸਰਕਾਰ ਨੇ ਸਹਿਮਤੀ ਕੀਤੀ, ਤੇ ਹੁਣ ਵੀ ਇਹੀ ਕਿਹਾ ਜਾ ਰਿਹਾ ਕਿ ਆਹ ਯੋਜਨਾ ਅੱਜ ਲਾਗੂ ਹੋਈ ਆ, ਪਰ ਪੁਰਾਣੀ ਯੋਜਨਾ ਸੀ, ਪੁਰਾਣੀ ਮੰਗ ਹੈਗੀ ਸੀ ਸਾਰਿਆਂ ਦੀ। ਵੇਖੋ ਜੀ, ਪੁਰਾਣੀ ਮੰਗ ਹੈ, ਬੜੇ ਚਿਰ ਤੋਂ ਤੁਰੀ ਆਉਂਦੀ ਆ। ਮੈਂ 2004 ਦੇ ਵਿੱਚ ਰਿਟਾਇਰ ਹੋਇਆ, ਉਸ ਤੋਂ ਪਹਿਲਾਂ ਵੀ ਅਸੀਂ ਇਹ ਸੁਣਿਆ ਸੀ ਕਿ ਜਿਹੜੀ ਪੈਨਸ਼ਨ ਹੈ ਉਹ ਸੈਨਾ ਦੀ ਬੰਦ ਕੀਤੀ ਜਾਵੇ। ਪਰ ਇਹਦੇ ਵਿੱਚ ਕੀ ਹੋਇਆ, ਉਸ ਟਾਈਮ ਤੇ ਜਿਹੜੀ ਅਫਸਰ ਸੀ ਉਹ ਸਾਡੇ ਨਾਲ ਜੁਆਇੰਟ ਰਹੇ। ਅਫਸਰਾਂ ਦੀ ਪੈਨਸ਼ਨ ਵੀ ਬੰਦ ਹੋਣੀ ਸੀ, ਜਵਾਨਾਂ ਦੀ ਵੀ ਹੋਣੀ ਸੀ। ਅੱਜ ਇਹਨਾਂ ਅਫਸਰਵਾਦ ਪਾਸੇ ਕਰਤਾ। ਅਫਸਰ ਤੇ 4 ਸਾਲ ਤੱਕ ਨਹੀਂ ਇਹਨਾਂ ਲਾਣੇ। ਇਹਨਾਂ OR ਰੈਂਕ, ਜਿਹਨੂੰ ਆਪਾਂ ਅਦਰ ਰੈਂਕ ਕਹਿ ਦਿੰਦੇ ਆ, ਇਹਨਾਂ ਸਿਰਫ ਉਹਨਾਂ ਬਾਰੇ ਐਲਾਨ ਕੀਤਾ। ਅੱਜ ਤਾਂ ਅਫਸਰ ਇਹਨਾਂ ਦੇ ਨਾਲ ਸਹਿਮਤ ਆ, ਕਿਉਂਕਿ ਉਹਨਾਂ ਦਾ ਕੋਟਾ ਪੂਰੇ ਦਾ ਪੂਰਾ ਆਪਣੀ ਨੌਕਰੀ ਕਰਨਗੇ, ਪੈਨਸ਼ਨ ਲੈਣਗੇ। ਜਿਹੜੇ ਜਵਾਨ ਹੈ 25% ਕਰਤੇ ਆ। ਬਾਕੀ ਜਿਹੜੇ ਕਾਲੇ ਕਾਨੂੰਨ ਆ ਉਹ ਵੀ ਤੁਹਾਂ ਵੇਖਿਆ ਕੀ ਉਹਨਾਂ ਬਾਰੇ ਬਣਿਆ। ਇਹ ਮੋਦੀ ਸਰਕਾਰ ਸਿਰਫ ਇੱਕ ਜਿਹੜੀ ਇੰਡੀਆ ਦੀ ਜਨਤਾ ਏ, ਇਹਨੂੰ ਸੜਕਾਂ ਤੇ ਬਾਉਣਾ ਚਾਹੁੰਦੀ ਆ। ਜਿਸ ਤਰ੍ਹਾਂ ਲੰਬਾ ਸਮਾਂ ਦਿੱਲੀ ਵਿੱਚ ਸੰਘਰਸ਼ ਚੱਲਿਆ ਤੇ ਹੁਣ ਫਿਰ ਉਹ ਹਾਲਾਤ ਖੜੇ ਕਰ ਦਿੱਤੇ ਨੇ ਸਰਕਾਰ ਨੇ। ਜਿਸ ਤਰ੍ਹਾਂ ਭਾਰਤ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ, ਗੱਡੀਆਂ ਰੇਲਾਂ ਨੂੰ ਅਗਨ ਭੇਟ ਕੀਤਾ ਜਾ ਰਿਹਾ ਤੇ ਹੋਰ ਪ੍ਰਾਪਰਟੀ ਨੂੰ ਨੁਕਸਾਨ ਕੀਤਾ ਜਾ ਰਿਹਾ ਹੈ। ਕੀ ਆ ਸਾਰਾ ਟੋਟਲ ਨੁਕਸਾਨ ਹੋ ਰਿਹਾ ਪੰਜਾਬ ਦਾ? ਕੀ ਕਹਿਣਾ ਚਾਹੁੰਦੇ? ਵੇਖੋ ਜੀ, ਇਹ ਜਿਹੜਾ ਨੁਕਸਾਨ ਹੋ ਰਿਹਾ ਮਾੜਾ, ਇਹ ਚੰਗਾ ਨਹੀਂਗਾ। ਪਰ ਜਿਹੜੇ ਜਵਾਨ ਆ, ਜਦੋਂ ਉਹਨਾਂ ਦੇ ਮੂੰਹ ਦੇ ਵਿੱਚੋਂ ਬੁਰਕੀ ਖੋਈ ਜਾਊਗੀ, ਉਹ ਕੀ ਕਰਨਗੇ? ਇਹਨਾਂ ਨੂੰ ਇਹ ਨਹੀਂ ਸਰਕਾਰ ਨੂੰ ਪਤਾ ਅੱਜ ਇੰਨਾ ਕੰਮ ਹੋਇਆ, ਸਿਰਫ ਇਹਨਾਂ ਐਲਾਨ ਕੀਤਾ, ਗੱਡੀਆਂ ਸੜਨ ਦਈਆਂ, ਬੱਸਾਂ ਸੜਨ ਦਈਆਂ, ਜਵਾਨ ਸੜਕਾਂ ਤੇ ਆਉਣ ਡਿਆ। ਜਿੱਦਣ ਇੱਕ ਜਵਾਨ 4 ਸਾਲ ਨੌਕਰੀ ਕਰਕੇ ਧੱਕੇ ਖਾ ਕੇ 10 ਜਾਂ 20 ਹਜ਼ਾਰ ਰੁਪਇਆ ਮਹੀਨਾ ਲੈ ਕੇ ਜਦੋਂ ਉਹ ਵਾਪਸ ਆਊਗਾ, ਉਹਨੂੰ ਕੋਈ ਰੁਜ਼ਗਾਰ ਨਾ ਮਿਲਿਆ, ਉਹ ਕੀ ਕਰੂਗਾ? ਉਹ ਗਲਤ ਬੰਨੇ ਤੁਰੂਗਾ ਜੀ। ਪੰਜਾਬ ਦੀ ਜਵਾਨੀ ਤੇ ਕਿਸਾਨੀ ਦੋਵੇਂ ਬਰਬਾਦ ਹੁੰਦੀਆਂ ਜਾ ਰਹੀਆਂ ਨੇ। ਕਿਸਾਨ ਵੀ ਅੱਜ ਸੜਕਾਂ ਤੇ ਨੌਜਵਾਨ ਜਿਹੜੇ ਨਸ਼ਿਆਂ 'ਚ ਗੁਲਤਾਨ ਹੋ ਗਿਆ। ਇਸ ਸੰਬੰਧ ਵਿੱਚ ਕਿਹਦਾ ਦੋਸ਼ ਹੈਗਾ? ਇਹ ਵੇਖੋ ਜੀ, ਇਹਦੇ ਵਿੱਚ ਸਾਰੇ ਸਰਕਾਰ ਦਾ ਦੋਸ਼ ਆ। ਸਰਕਾਰ ਵਾਅਦੇ ਕਰਦੀ ਆ, ਸਰਕਾਰ ਰੁਜ਼ਗਾਰ ਨਹੀਂ ਦਿੰਦੀ।
ਚਾਹੇ ਪੰਜਾਬ ਸਰਕਾਰ ਲਾ ਲਓ ਚਾਹੇ ਸੈਂਟਰ ਸਰਕਾਰ ਲਾ ਲਓ। ਅੱਜ ਤੋਂ ਕੁਝ ਸਮਾਂ ਪਹਿਲੋਂ ਬੱਚਿਆਂ ਦਾ ਰਿਟਨ ਟੈਸਟ ਹੋਇਆ ਆਰਮੀ ਦਾ, ਉਹਦਾ ਅਜੇ ਤੱਕ ਟੈਸਟ ਨਹੀਂ ਲਿਆ। ਕਿਉਂ ਨਹੀਂ ਟੈਸਟ ਲਿਆ ਜੀ? ਬਾਕੀ ਚੀਜ਼ਾਂ ਤਾਂ ਆਪਾਂ ਮੰਨ ਲਈਆਂ, ਕਰੋਨਾ ਦਾ ਕਰਕੇ 1-2 ਗਜ ਦਾ ਫਾਸਲਾ ਰੱਖ ਕੇ ਟੈਸਟ ਲੈਣਾ ਚਾਹੀਦਾ ਸੀ। ਉਹਨਾਂ ਬੱਚਿਆਂ ਨੂੰ ਸਰਵਿਸਾਂ ਦੇਣੀਆਂ ਚਾਹੀਦੀਆਂ ਸੀ, ਤਾਂ ਨਹੀਂ ਦਿੱਤੀਆਂ ਕਿ ਉਹਨਾਂ ਦਾ ਖਜ਼ਾਨਾ ਖਾਲੀ ਹੋ ਜਾਊਗਾ। ਅਸੀਂ ਇਹ ਕੰਮ ਕਰਤਾ, ਉਹਨਾਂ 4 ਸਾਲ ਵਾਲੀ ਨੀਤੀ ਬਣਾਉਣੀ। ਜਿਸ ਤਰ੍ਹਾਂ ਵੀਰ ਜੀ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੁੰਦੇ ਜਾ ਰਹੇ, ਦਿਨ ਦਿਹਾੜੇ ਡਾਕੇ ਪੈ ਰਹੇ ਆ, ਦਾਤਰ ਵੱਜ ਰਹੇ ਆ, ਲੋਕਾਂ ਕੋਲ ਰਾਹ ਜਾਂਦੀਆਂ ਕੋ ਪੈਸੇ ਖੋਏ ਜਾਂਦੇ ਆ, ਇਹਦਾ ਕੌਣ ਜ਼ਿੰਮੇਵਾਰ ਹੈ? ਤੇ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਭਗਵੰਤ ਮਾਨ ਜੀ ਨੇ ਕਿਹਾ ਹੈ ਕਿ ਸਾਡੀ ਸਰਕਾਰ ਬਣਦਿਆਂ ਸਾਰੀ ਇਹਨਾਂ ਚੀਜ਼ਾਂ ਦੇ ਨੱਥ ਪਾਈ ਜਾਊਗੀ, ਕੀ ਉਹ ਨੱਥ ਪੈਂਦੀ ਨਜ਼ਰ ਆ ਰਹੀ? ਭਾਈ ਸਰਕਾਰਾਂ ਜਿੰਨੀਆਂ ਵੀ ਆ, ਸਾਰੀਆਂ ਸਰਕਾਰਾਂ ਹੀ ਕਾਰਪੋਰੇਸ਼ਨ ਦੇ ਘਰਾਣੇ ਦੇ ਹੱਥਾਂ 'ਚ ਖੇਡਦੀਆਂ ਵਾ। ਕਿਸੇ ਨੇ ਨੱਥ ਨਹੀਂ ਪਾਉਣੀ। ਜੋ ਕੁਝ ਭਗਵੰਤ ਮਾਨ ਜੀ ਉਹਨਾਂ ਨੇ ਕਿਹਾ ਸੀ, ਇੱਕ ਵੀ ਵਾਅਦਾ ਪੂਰਾ ਉਹਨਾਂ ਨੇ ਨਹੀਂ ਕੀਤਾ। ਜਿਹੜਾ ਹੁਣ ਨਸ਼ਾ ਵਾ, ਅੱਗੇ ਤਾਂ ਦੇ ਵੀ ਕੋਈ 10 ਮਿੰਟ ਲੱਗਦੇ ਪੁੜੀ ਆਉਂਦੀ ਸੀ, ਹੁਣ ਤਾਂ ਦੇ ਵੀ ਜਿੱਥੇ ਬੈਠੇ ਉੱਥੇ ਹੋਮ ਡਿਲੀਵਰੀ ਹੋਣ ਡਈ ਆ। ਜਿਹੜੀ ਆਪਾਂ ਅਗਨੀਪਥ ਆਪਣੇ ਫੌਜੀ ਸਾਹਿਬ ਇਹਨਾਂ ਵੀ ਕੀਤਾ, ਅਗਨੀਪਥ ਯੋਜਨਾ ਬਾਰੇ ਜਿਹੜੀ ਆਪਾਂ ਇਹਨਾਂ ਨੇ ਵਿਚਾਰ ਦੱਸੇ ਨਾ, ਇਹ ਮੋਦੀ ਸਾਹਿਬ ਦਾ ਬਹੁਤ ਵੱਡੀ ਸਾਜ਼ਿਸ਼ ਆ। ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਇੱਕ ਸਰਕਾਰੀ ਟ੍ਰੇਨਿੰਗਾਂ ਕਰਾ ਕੇ ਸਿਕਿਉਰਿਟੀ ਗਾਰਡ ਮੁਹੱਈਆ ਕਰਾਉਣੇ ਆ। ਤੁਸੀਂ ਉਹਨਾਂ ਦੇ ਮੰਤਰੀ ਦਾ ਇੱਕ ਬਿਆਨ ਵੀ ਸੁਣਿਆ ਹੋਣਾ ਵਾ ਵੀ ਅਸੀਂ ਇਹਨਾਂ ਨੂੰ ਆਪਣੇ ਦਫ਼ਤਰਾਂ ਦੇ ਵਿੱਚ ਸਿਕਿਉਰਿਟੀ ਗਾਰਡ ਰੱਖਾਂਗੇ। 10-10 15-15 ਹਜ਼ਾਰ 'ਚ ਸਾਡੇ ਨੌਜਵਾਨਾਂ ਦਾ ਸ਼ੋਸ਼ਣ ਹੋਣਾ ਹੈ। ਇਹਨਾਂ ਨੇ ਕੋਈ ਨਹੀਂ, ਇਹਨਾਂ ਨੇ ਸਾਰਾ ਹੀ ਇਹ ਜਿਹੜੀ ਪ੍ਰਾਪੋਗੰਡਾ ਜਿਹੜਾ ਇਹਨਾਂ ਨੇ ਬਣਾਇਆ ਨਾ, ਇਹ ਪ੍ਰਾਪੋਗੰਡਾ ਸਾਰਾ ਹੀ ਇਹਨਾਂ ਨੇ ਸਾਡੇ ਨੌਜਵਾਨਾਂ ਦਾ ਸ਼ੋਸ਼ਣ ਕਰਨ ਲਈ ਬਣਾਇਆ ਵਾ। ਇਹਨਾਂ ਨੇ ਇਹੋ ਹੀ ਜਿਹੜੇ ਸਾਡੇ ਨੌਜਵਾਨ ਆ ਟ੍ਰੇਨਿੰਗਾਂ ਦਵਾ ਕੇ ਅਬਾਨੀਆਂ ਡਾਨੀਆਂ ਦੇ ਗੋਦਾਮਾਂ ਦੇ ਵਿੱਚ ਸਿਕਿਉਰਿਟੀ ਗਾਰਡ ਰੱਖਣੇ ਆ। ਵੀਰ ਜੀ, ਜੇ ਆ ਜੋ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਜੇ ਸਰਕਾਰ ਦੇ ਕੰਨ ਤੇ ਜੂ ਨਾ ਸਰਕੀ, ਜੇ ਇਹਨਾਂ ਦੇ ਕਾਨੂੰਨ ਜਿਹੜੇ ਲਿਆਂਦੇ ਉਹ ਪਾਬੰਦੀ ਨਾ ਲੱਗੀ, ਤੇ ਅਗਲਾ ਪ੍ਰੋਗਰਾਮ ਕੀ ਹੋਊਗਾ? ਅਗਲਾ ਪ੍ਰੋਗਰਾਮ ਜੀ ਜੋ ਸੂਬਾ ਕਮੇਟੀ ਜ਼ਿਲ੍ਹਾ ਕਮੇਟੀ ਦੱਸੂਗੀ ਉਹਦੇ ਮੁਤਾਬਕ ਹੋਊਗਾ ਜੀ। ਠੀਕ ਹੈ ਜੀ, ਧੰਨਵਾਦ ਜੀ। ਇਹ ਅਸੀਂ ਕਿਸਾਨ ਮਜ਼ਦੂਰ ਉਗਰਾਹਾਂ ਦੇ ਜੋ ਜਥੇਬੰਦੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਇਹਨਾਂ ਨੇ ਕਿਹਾ ਕਿ ਅਗਰ ਸਰਕਾਰ ਵੱਲੋਂ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤਾਂ ਫਿਰ ਉੱਚ ਪੱਧਰੀ ਤੇ ਜਿਹੜੀ ਆ ਸੰਘਰਸ਼ ਵਿੱਢਿਆ ਜਾਊਗਾ। ਹੁਣ ਉਹਨਾਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਹੈ, ਉਸ ਸੰਬੰਧ ਵਿੱਚ ਅਸੀਂ ਵੇਖਦੇ ਹਾਂ। ਠੀਕ ਹੈ। ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਵੀਡੀਓ ਬਣਾ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ। ਰੁਜ਼ਗਾਰ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ। ਸੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਿਸਾਨਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਰੁਜ਼ਗਾਰ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ। ਹਲੇ ਲਾ ਸੈਂਟਰ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਮੋਦੀ ਮਰ ਗਿਆ ਹਾਏ 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 ਹਾਏ। ਅੱਜ ਕਾ ਪਿਟੋ ਹਾਏ 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 ਹਾਏ। ਮੋਦੀ ਸਰਕਾਰ ਹਾਏ 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 ਹਾਏ। ਨਵੀਂ ਦੋ ਸਰਕਾਰ ਮੁਰਦਾਬਾਦ।